ਹੈਲੋ ਮਾਈ YouTube ਫੈਮਿਲੀ, ਤੁਹਾਡਾ ਮਾਸਟਰ ਕਿਡਰ ਵਿਦ ਪੂਨਮ ਸਾਇੰਸ ਕਲਾਸਿਸ ਵਿੱਚ ਸਵਾਗਤ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਡਾ ਟੌਪਿਕ ਐਨੀਮਲ ਕਿੰਗਡਮ ਚੱਲ ਰਿਹਾ ਹੈ, ਜਿਸ ਵਿੱਚ ਬੇਸਿਸ ਆਫ ਕਲਾਸੀਫਿਕੇਸ਼ਨ ਆਪਾਂ ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਕੰਪਲੀਟ ਕਰ ਲਿਆ ਹੈ। ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀ ਹੈ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਵਾਚ ਕਰਨਾ ਨਾ ਭੁੱਲਣਾ। ਅਤੇ ਐਨੀਮਲ ਕਿੰਗਡਮ ਦੀ ਜਰਨੀ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਹੁਣ ਐਨੀਮਲ ਕਿੰਗਡਮ ਨੂੰ ਲੋ ਲੈਵਲ ਤੋਂ ਐਡਵਾਂਸ ਤੱਕ ਲੈ ਜਾਂਦੇ ਹੋਏ ਅਸੀਂ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਫਾਈਲਮ ਪੋਰੀਫੇਰਾ ਸਟਾਰਟ ਕਰਾਂਗੇ। ਤਾਂ ਅੱਜ ਦਾ ਆਪਣਾ ਮੇਨ ਟੌਪਿਕ ਹੈ ਪੋਰੀਫੇਰਾ। ਹਾਂਜੀ, ਜੌਨ ਐਲਿਸ ਨੇ 1765 ਦੇ ਵਿੱਚ ਸਭ ਤੋਂ ਪਹਿਲਾਂ ਰਿਕੋਗਨਾਈਜ਼ ਕੀਤਾ ਕਿ ਸਪੌਂਜਿਸ ਕੀ ਨੇ, ਸਪੌਂਜਿਸ ਐਜ਼ ਐਨੀਮਲਸ ਨੇ। ਰੋਬਰਟ ਗ੍ਰਾਂਟ ਨੇ 1825 ਦੇ ਵਿੱਚ ਫਾਈਨਲੀ ਪ੍ਰੂਵ ਕੀਤਾ ਕਿ ਐਨੀਮਲ ਨੇਚਰ ਆਫ ਸਪੌਂਜਿਸ, ਕਿ ਸਪੌਂਜਿਸ ਦਾ ਐਨੀਮਲ ਨੇਚਰ ਹੁੰਦਾ ਹੈ, ਐਂਡ ਗਿਵ ਦਾ ਨੇਮ ਪੋਰੀਫੇਰਾ, ਤੇ ਇਸ ਨੂੰ ਪੋਰੀਫੇਰਾ ਦਾ ਨਾਮ ਦਿੱਤਾ। ਹਾਂਜੀ, ਅੱਜ ਆਪਾਂ ਫਾਈਲਮ ਪੋਰੀਫੇਰਾ ਪੜਾਂਗੇ। ਪੋਰੀਫੇਰਾ ਨੂੰ ਸਪੌਂਜਿਸ ਵੀ ਕਹਿੰਦੇ ਨੇ। ਸਟੱਡੀ ਆਫ ਸਪੌਂਜਿਸ ਇਜ਼ ਨੋਨ ਐਜ਼ ਅ ਪੈਰਾਜ਼ੋਲੋਜੀ। ਸਪੌਂਜਿਸ ਦੀ ਸਟੱਡੀ ਨੂੰ ਪੈਰਾਜ਼ੋਲੋਜੀ ਕਿਹਾ ਜਾਂਦਾ ਹੈ। ਇਨ ਈਜ਼ੀ ਵਰਡ, ਇਟ ਸਟੱਡੀ ਆਫ ਪੈਰਾਜ਼ੋਆ। ਸਪੌਂਜਿਸ ਮੈਂਬਰਸ ਆਫ ਦਿਸ ਫਾਈਲਮ ਆਰ ਕਾਮਨਲੀ ਨੋਨ ਐਜ਼ ਸਪੌਂਜਿਸ, ਯਾਨੀ ਕਿ ਸਟੱਡੀ ਆਫ ਪੈਰਾਜ਼ੋਆ ਮਤਲਬ ਸਪੌਂਜਿਸ ਦੀ ਸਟੱਡੀ ਨੂੰ ਪੈਰਾਜ਼ੋਲੋਜੀ ਬੋਲਿਆ ਜਾਂਦਾ ਹੈ। ਅਤੇ ਮੈਂਬਰਸ ਜੋ ਇਸ ਦੇ ਫਾਈਲਮ ਦੇ ਹੁੰਦੇ ਨੇ ਕਾਮਨਲੀ ਉਸਨੂੰ ਸਪੌਂਜਿਸ ਕਿਹਾ ਜਾਂਦਾ ਹੈ। ਪੋਰੀ ਰੈਫਰ ਟੂ ਪੋਰਸ ਐਂਡ ਫੈਰਾ ਰੈਫਰਸ ਟੂ ਬੀਅਰ। ਪੋਰੀ ਰੈਫਰਸ ਟੂ ਪੋਰ ਐਂਡ ਫੈਰਾ ਰੈਫਰ ਟੂ ਬੀਅਰ। ਹੈਬਿਟ ਔਰ ਹੈਬਿਟੇਟ ਕੀ ਹੈ ਜੀ ਇਹਨਾਂ ਦੀ? ਹੈਬਿਟ ਔਰ ਹੈਬਿਟੇਟ ਜਿੰਨੇ ਵੀ ਇਕੁਐਟਿਕ ਇਹ ਸਾਰੇ ਵੀ ਜੋ ਵੀ ਹੁੰਦੇ ਨੇ ਪੋਰੀਫੇਰਾਸ ਹੁੰਦੇ ਨੇ, ਸਭ ਇਕੁਐਟਿਕ ਹੁੰਦੇ ਨੇ, ਸਸਾਈਲ ਹੁੰਦੇ ਨੇ, ਔਰ ਮੋਸਟਲੀ ਜ਼ਿਆਦਾਤਰ ਮੈਰਾਈਨ ਹੁੰਦੇ ਨੇ। ਬੀਇੰਗ ਸਸਾਈਲ ਰੈਫਰਸ ਟੂ ਬੀ ਦਾ ਫਿਕਸਡ ਔਰ ਸੈਡੈਂਟਰੀ ਨੇਚਰ ਆਫ ਐਨੀਮਲਸ। few are found in a fresh water also, example स्पॉन्जिला जो स्पॉन्ज ਹੁੰਦੀ ਹੈ ਇਹ ਫਰੈਸ਼ ਵਾਟਰ ਪੋਰੀਫੇਰਾ ਹੈ। ਔਰ ਕੁਝ ਜੋ ਹੁੰਦੇ ਨੇ ਸੋਲਿਟਰੀ ਹੁੰਦੇ ਨੇ, ਕੁਝ ਕਲੋਨੀਅਲ ਫਾਰਮ ਦੇ ਵਿੱਚ ਹੁੰਦੇ ਨੇ। ਲਿਊਕੋਸੋਲੇਨੀਆ ਸੋਲਿਟਰੀ ਦੀ ਐਗਜ਼ਾਮਪਲ ਹੈ ਅਤੇ ਸਪੌਂਜੀਲਾ ਕਲੋਨੀਅਲ ਦੀ ਐਗਜ਼ਾਮਪਲ ਹੈ। ਲੈਵਲ ਆਫ ਆਰਗੇਨਾਈਜੇਸ਼ਨ ਕੀ ਹੈ ਸਪੌਂਜਿਸ ਦੀ? ਦੇਖੋ ਜੀ, ਸਪੌਂਜਿਸ ਜੋ ਹੁੰਦੀਆਂ ਨੇ ਇਹ ਪ੍ਰਿਮਿਟਿਵ ਮਲਟੀ ਸੈਲੂਲਰ ਐਨੀਮਲਸ ਹੁੰਦੇ ਨੇ, ਔਰ ਇਹਨਾਂ ਦੇ ਵਿੱਚ ਸੈਲੂਲਰ ਲੈਵਲ ਆਫ ਆਰਗੇਨਾਈਜੇਸ਼ਨ ਦੇਖਣ ਨੂੰ ਮਿਲਦੀ ਹੈ। ਸਪੌਂਜਿਸ ਜੋ ਹੁੰਦੇ ਨੇ ਹੈਵ ਅ ਵੇਰੀਅਸ ਬੋਡੀ ਫਾਰਮ ਸ਼ੇਪਸ ਐਂਡ ਇਰੈਗੂਲਰ ਸ਼ੇਪਸ। ਇਹਨਾਂ ਦੀ ਕੋਈ ਸ਼ੇਪ ਨਹੀਂ ਹੁੰਦੀ, ਇਹਨਾਂ ਦੀਆਂ ਕੋਈ ਵੀ ਸ਼ੇਪ ਹੋ ਸਕਦੀ ਹੈ। ਵੇਰੀਅਸ ਸ਼ੇਪਸ ਦੇ ਵਿੱਚ ਇਹ ਫਾਊਂਡ ਹੁੰਦੇ ਨੇ, ਜ਼ਿਆਦਾਤਰ ਇਹ ਅਸਿਮੈਟ੍ਰਿਕ ਹੀ ਹੁੰਦੇ ਨੇ। ਐਕਸੈਪਸ਼ਨ ਆ ਜਾਂਦੀ ਹੈ ਜਿਵੇਂ ਰੇਡੀਅਲ ਸਿਮੈਟਰੀ ਇਨ ਸਕਾਇਨਸ ਐਂਡ ਲਿਊਕੋਸੋਲੀਨੀਆ। ਸਕਾਇਨ ਅਤੇ ਲਿਊਕੋਸੋਲੀਨੀਆ ਦੇ ਵਿੱਚ ਰੇਡੀਅਲ ਸਿਮੈਟਰੀ ਦੇਖਣ ਨੂੰ ਮਿਲਦੀ ਹੈ। ਬੇਸਿਸ ਆਫ ਕਲਾਸੀਫਿਕੇਸ਼ਨ ਦੇ ਵਿੱਚ ਆਪਾਂ ਜਰਮ ਲੇਅਰਸ ਦੇ ਬਾਰੇ ਵੀ ਪੜ੍ਹਿਆ ਸੀ ਕਿ ਟ੍ਰਿਪਲੋਬਲਾਸਟਿਕ ਔਰ ਡਿਪਲੋਬਲਾਸਟਿਕ ਦੋ ਤਰ੍ਹਾਂ ਦੀਆਂ ਜਰਮਸ ਲੇਅਰ ਹੁੰਦੀਆਂ ਨੇ, ਪਰ ਪੋਰੀਫੇਰਾਸ ਦੇ ਵਿੱਚ ਡਿਪਲੋਬਲਾਸਟਿਕ ਜਰਮ ਲੇਅਰਸ ਦੇਖਣ ਨੂੰ ਮਿਲਦੀ ਹੈ। ਡਿਪਲੋਬਲਾਸਟਿਕ ਦਾ ਮਤਲਬ ਜੋ ਐਕਟੋਡਮ ਹੁੰਦੀ ਹੈ ਉਹ ਬਾਹਰ ਵਾਲੀ ਹੁੰਦੀ ਹੈ, ਐਂਡੋਡਮ ਅੰਦਰ ਵਾਲੀ ਹੁੰਦੀ ਹੈ, ਅਤੇ ਇਸ ਵਿੱਚ ਇੱਕ ਸੋਲਿਡ ਮਾਸ ਜਿਸ ਨੂੰ ਕਿ ਮਿਜ਼ੋਗਲੀਆ ਕਹਿ ਦਿੰਦੇ ਹੈ ਉਹ ਪ੍ਰੈਜ਼ੈਂਟ ਹੁੰਦਾ ਹੈ। ਇਸ ਦੇ ਵਿੱਚ ਕੋਈ ਵੀ ਕੈਵਿਟੀ ਵਗੈਰਾ ਪ੍ਰੈਜ਼ੈਂਟ ਨਹੀਂ ਹੁੰਦੀ ਹੈ, ਡਿਪਲੋਬਲਾਸਟਿਕ ਹੁੰਦੇ ਨੇ। ਨੈਕਸਟ ਜੀ ਆਪਾਂ ਬੋਡੀ ਵਾਲ ਬਾਰੇ ਪੜਾਂਗੇ। ਬੋਡੀ ਵਾਲ ਦੇ ਵਿੱਚ ਕੀ ਹੁੰਦਾ? ਬੋਡੀ ਵਾਲ ਸਪੌਂਜਿਸ ਦੀ 3 ਲੇਅਰਸ ਤੋਂ ਕੰਸਿਸਟ ਹੁੰਦੀ ਹੈ। ਪਹਿਲੀ ਜੋ ਲੇਅਰ ਹੁੰਦੀ ਹੈ ਦੈਟ ਇਜ਼ ਪਿਨੈਕੋਡਮ, ਦੂਸਰੀ ਜੋ ਲੇਅਰ ਹੁੰਦੀ ਹੈ ਉਸਨੂੰ ਕੁਆਇਨੋਡਮ ਕਹਿੰਦੇ ਹਨ, ਤੀਸਰੀ ਲੇਅਰ ਨੂੰ ਮੀਜ਼ੋਫਿਲ ਲੇਅਰ ਕਹਿੰਦੇ ਹਨ, ਅਤੇ ਮੀਜ਼ਨਕਾਈਮਸ ਦੇ ਨਾਮ ਨਾਲ ਵੀ ਇਸ ਨੂੰ ਜਾਣਦੇ ਨੇ। ਜੋ ਪਿਨੈਕੋਡਮ ਲੇਅਰ ਹੁੰਦੀ ਹੈ, ਪਿਨੈਕੋਡਮ ਇੱਕ ਡਰਮਲ ਲੇਅਰ ਹੈ। ਇਸ ਦੇ ਵਿੱਚ ਆਊਟਰ ਸੈਲ consist of a flattened pinacocytes and oval porocyte। flattened pinacocyte ਹੁੰਦੇ ਨੇ, oval porocyte ਹੁੰਦੇ ਨੇ। ਕੁਆਇਨੋਡਮ ਇੱਕ ਗੈਸਟਰਲ ਲੇਅਰ ਹੈ। ਇਟ ਇਜ਼ ਦਾ ਇਨਰ ਸੈਲੂਲਰ ਲੇਅਰ। ਇਹ ਅੰਦਰਲੀ ਸੈਲੂਲਰ ਲੇਅਰ ਹੈ ਜੋ ਕਿ ਹਾਈਲੀ ਸਪੈਸ਼ਲਾਈਜ਼ ਫਲੈਜੀਲੇਟਿਡ ਸੈਲਸ ਤੋਂ ਬਣੀ ਹੁੰਦੀ ਹੈ, ਜਿਸ ਨੂੰ ਕਿ ਕੁਆਇਨੋਸਾਈਟਸ ਕਹਿ ਦਿੰਦੇ ਨੇ। ਇਹ ਸੈਲਸ ਕਾਲਰ ਲਾਈਕ ਹੁੰਦੇ ਨੇ। ਨੈਕਸਟ ਇਜ਼ ਅ ਮੀਜ਼ੋਫਿਲ ਲੇਅਰ ਔਰ ਮੀਜ਼ਨਕਾਈਮਾ। ਬੇਸਿਕਲੀ ਮੀਜ਼ੋਫਿਲ ਲੇਅਰ is non-cellular layer found in between pinacodum and quinodum. Mesenchymes containing scattered collagen fiber and numerous free imbued cells several kinds। ਇਸ ਵਿੱਚ free imbued cells several ਤਰ੍ਹਾਂ ਦੇ ਆ ਜਾਂਦੇ ਨੇ, ਜਿਵੇਂ ਆਰਕਿਓਸਾਈਟ, ਸਕਲੇਰੋਬਲਾਸਟ, ਸਪੌਂਜੀਓਬਲਾਸਟ, ਥੀਜ਼ੋਸਾਈਟਸ ਐਂਡ ਫੇਗੋਸਾਈਟਸ, ਐਂਟ੍ਰੋਫੋਸਾਈਟਸ, ਕ੍ਰੋਮੋਸਾਈਟਸ ਐਂਡ ਕੋਲਨਸਾਈਟਸ। ਪੋਰੀਫੇਰਾਸ ਦੀ ਇੰਟਾਇਰ ਬੋਡੀ ਪੋਰਸ ਤੋਂ ਬਣੀ ਹੁੰਦੀ ਹੈ, ਇਸ ਕਰਕੇ ਇਹਨਾਂ ਨੂੰ ਪੋਰੀਫੇਰਾਸ ਕਹਿ ਦਿੰਦੇ ਨੇ। ਪੋਰਸ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਆਸਟੀਆ ਅਤੇ ਆਸਕਿਊਲਾ। ਆਸਟੀਆ ਜੋ ਹੁੰਦੇ ਨੇ ਇਹ ਬਹੁਤ ਹੀ ਛੋਟੇ ਹੁੰਦੇ ਨੇ, ਪਰ ਇਹਨਾਂ ਦਾ ਨੰਬਰ ਬਹੁਤ ਹੀ ਜ਼ਿਆਦਾ ਹੁੰਦਾ ਹੈ, ਅਤੇ ਇਸ ਵਿੱਚੋਂ ਐਂਟਰੀ ਹੁੰਦੀ ਹੈ ਵਾਟਰ ਕਰੰਟ ਦੀ। ਜੋ ਆਸਕਿਊਲਾ ਹੁੰਦੇ ਨੇ ਇਹ ਫਿਊਅਰ ਹੁੰਦੇ ਨੇ ਫॉर ਦੀ ਐਗਜ਼ਿਟ ਆਫ ਵਾਟਰ ਕਰੰਟ, ਤਾਂ ਕਿ ਪਾਣੀ ਦੇ ਕਰੰਟ ਦੇ ਬਹਾਵ ਨੂੰ ਬਾਹਰ ਵੱਲ ਨੂੰ ਕੀਤਾ ਜਾ ਸਕੇ। ਆਸਟੀਆ ਔਰ ਆਸਕੂਲਮ ਦਾ ਫੰਕਸ਼ਨ ਬਿਲਕੁਲ ਹੀ ਰਿਵਰਸ ਹੁੰਦਾ ਹੈ।
ਅਦਰ ਐਨੀਮਲਸ ਦੇ ਨਾਲੋਂ ਦੇ ਹੈਵ ਅ ਲਾਰਜ ਅਪਰਚਰ। ਜਿਵੇਂ ਦੂਸਰੇ ਐਨੀਮਲਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਾਰਜ ਅਪਰਚਰ ਮਾਊਥ ਹੁੰਦਾ ਹੈ ਫॉर द ਇਨਟੇਕ ਆਫ ਫੂਡ, ਐਂਡ ਦੀ ਸਮਾਲ ਵਨ ਇਜ਼ ਦ ਐਨਸ ਐਂਡ ਕਲੋਈਕਲ ਅਪਰਚਰ ਫॉर द elimination of a feces. The body wall encloses a large cavity, spongiocele. In most of cases it's also contained in its thickness the numerous small canal। ਮਤਲਬ ਕਿ ਸੈਂਟਰ ਵਿੱਚ ਇੱਕ ਸਪੌਂਜੀਓਸੀਲ ਹੁੰਦੀ ਹੈ ਅਤੇ ਉਸਦੇ ਸਾਈਡ ਦੇ ਵਿੱਚ ਨਿਊਮਰਸ ਸਮਾਲ ਕੈਨਾਲਸ ਹੁੰਦੀਆਂ ਹਨ। ਆਈਦਰ ਦਾ ਸਪੌਂਜੀਓਸੀਲ ਔਰ ਦਾ ਰੇਡੀਅਲ lined by the coinocytes with a collar and flagella. The weating of flagella maintain a steady current of water is through the canal in the sponge body। ਮੀਨ ਕਿ ਇਸ ਸੈਂਟਰ ਦੇ ਵਿੱਚ ਸਪੌਂਜੀਓਸੀਲ ਹੁੰਦੀ ਹੈ ਅਤੇ ਸਪੌਂਜੀਓਸੀਲ ਦੇ ਆਸੇ-ਪਾਸੇ ਰੇਡੀਅਲ ਕੈਨਾਲਸ ਹੁੰਦੀਆਂ ਨੇ ਔਰ ਹੋਰ ਵੀ ਬਹੁਤ ਸਾਰੀਆਂ ਕੈਨਾਲਸ ਹੁੰਦੀਆਂ ਨੇ। ਕਾਲਰ ਲਾਈਕ ਸੈਲਸ ਹੁੰਦੇ ਨੇ ਔਰ ਕਾਲਰ ਲਾਈਕ ਸੈਲਸ ਦੇ ਉੱਪਰ ਫਲੈਜੀਲਾਸ ਹੁੰਦੇ ਨੇ ਜੋ ਕਿ ਬੀਟ ਕਰਦੇ ਨੇ ਅਤੇ ਵਾਟਰ ਕਰੰਟ ਨੂੰ ਮੇਨਟੇਨ ਕਰਦੇ ਨੇ। ਤਾਂ ਫਲੋ ਕਿੱਦਾਂ ਹੁੰਦਾ ਵਾਟਰ ਕਰੰਟ ਦਾ? ਸਭ ਤੋਂ ਪਹਿਲਾਂ ਵਾਟਰ ਜੋ ਹੁੰਦਾ ਹੈ ਆਸਟੀਆ ਦੇ ਵਿੱਚ ਐਂਟਰ ਕਰਦਾ, ਆਸਟੀਆ ਤੋਂ ਹੁੰਦਾ ਹੋਇਆ ਵੇਰੀਅਸ ਕੈਨਾਲਸ ਦੇ ਵਿੱਚ ਜਾਂਦਾ, ਵੇਰੀਅਸ ਕੈਨਾਲ ਤੋਂ ਸਪੌਂਜੀਓਸੀਲਸ ਦੇ ਵਿੱਚ ਐਂਟਰ ਕਰਦਾ, ਸਪੌਂਜੀਓਸੀਲਸ ਤੋਂ ਹੁੰਦਾ ਹੋਇਆ ਆਸਕੂਲਮ ਦੇ ਦੁਆਰਾ ਬਾਹਰ ਨਿਕਲ ਜਾਂਦਾ ਹੈ। ਮੈਂ ਤੁਹਾਨੂੰ ਇਸ ਫਲੋ ਚਾਰਟ ਦੇ ਦੁਆਰਾ ਐਕਸਪਲੇਨ ਕਰ ਦਿੰਦੀ ਹਾਂ। ਸਭ ਤੋਂ ਪਹਿਲਾਂ ਕੀ ਹੈ ਕਿ ਵਾਟਰ ਕਰੰਟ ਜੋ ਹੁੰਦਾ ਹੈ ਉਹ ਆਸਟੀਆ ਦੇ ਵਿੱਚ ਐਂਟਰ ਕਰਦਾ ਹੈ। ਆਸਟੀਆ ਤੋਂ ਬਾਅਦ ਫਿਰ ਉਹ ਨਿਊਮਰਸਿਸ ਕੈਨਾਲਸ ਦੇ ਵਿੱਚ ਜਾਂਦਾ ਹੈ। ਨਿਊਮਰਸਿਸ ਕੈਨਾਲਸ ਤੋਂ ਬਾਅਦ ਸਪੌਂਜੀਓਸੀਲਸ ਦੇ ਵਿੱਚ ਐਂਟਰ ਕਰਦਾ ਹੈ। ਸਪੌਂਜੀਓਸੀਲ ਜੋ ਕਿ ਬੋਡੀ ਕੈਵਿਟੀ ਹੈ, ਸਪੌਂਜੀਓਸੀਲਸ ਤੋਂ ਬਾਅਦ ਇਹ ਆਸਕੂਲਮ ਔਰ ਆਸਕੂਲਸ ਦੇ ਦੁਆਰਾ ਐਗਜ਼ਿਟ ਕਰ ਜਾਂਦਾ ਹੈ, ਮਤਲਬ ਕਿ ਬੋਡੀ ਨੂੰ ਲਿਵ ਕਰ ਦਿੰਦਾ ਹੈ। ਕੈਨਾਲ ਸਿਸਟਮ, ਕੈਨਾਲਸ ਕੀ ਹੈ? ਕੈਨਾਲ ਸਪੌਂਜਿਸ ਦੇ ਵਿੱਚ ਇੱਕ ਆਰਗੇਨਾਈਜ਼ਡ ਸਿਸਟਮ ਹੈ ਜੋ ਕਿ ਬਹੁਤ ਹੀ ਕੰਪਲੈਕਸ ਹੈ, ਜਿਸ ਵਿੱਚ ਪੋਰਸ ਤੇ ਕੈਨਾਲਸ ਮਿਲ ਕੇ ਇੱਕ ਕੰਪਲੈਕਸ ਸਿਸਟਮ ਬਣਾ ਦਿੰਦੀਆਂ ਨੇ। ਇਸ ਨੂੰ ਕੈਨਾਲ ਸਿਸਟਮ ਕਹਿੰਦੇ ਨੇ। ਕੈਨਾਲਸ ਜੋ ਹੁੰਦੀ ਹੈ, ਕੈਨਾਲ ਸਿਸਟਮ 3 ਤਰ੍ਹਾਂ ਦਾ ਹੁੰਦਾ ਹੈ, ਮਤਲਬ 3 ਤਰ੍ਹਾਂ ਦਾ ਐਸਕੋਨਾਇਡ ਕੈਨਾਲ ਸਿਸਟਮ, ਸਾਈਕੋਨੋਇਡ ਕੈਨਾਲ ਸਿਸਟਮ, ਲੀਕੋਨੋਇਡ ਕੈਨਾਲ ਸਿਸਟਮ। ਜੋ ਐਸਕੇਨਾइड कैनाल सिस्टम है बिल्कुल ही सिंपलेस्ट टाइप ऑफ कैनाल सिस्टम है। ਅਤੇ ਜੋ ਸਕਾਈਨੋਇਡ ਕੈਨਾਲ ਸਿਸਟਮ ਹੈ ਇਹ ਕੈਨਾਲ ਸਿਸਟਮ ਰਿਲੇਟਿਵਲੀ ਕੰਪਲਿਕੇਟਿਡ ਹੈ ਅਤੇ ਜੋ ਲਿਊਕੋਨੋਇਡ ਕੈਨਾਲ ਸਿਸਟਮ ਹੈ ਇਹ ਜ਼ਿਆਦਾ ਕੰਪਲਿਕੇਟਿਡ ਸਿਸਟਮ ਹੈ। ਜੇ ਐਸਕੇਨਾइड ਕੈਨਾਲ ਸਿਸਟਮ ਦੀ ਗੱਲ ਕਰੀਏ ਤਾਂ ਇਹ ਲੀਕੋਸੋਲੇਨੀਆ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਸਕਾਈਨਾइड्स ਜੋ ਹੁੰਦਾ ਹੈ ਕੈਨਾਲ ਸਿਸਟਮ ਇਹ ਸਾਈਕੋਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਲਿਊਕੋਨੋਇਡ ਕੈਨਾਲ ਸਿਸਟਮ ਸਪੌਂਜੀਲਾ ਫਰੈਸ਼ ਵਾਟਰ ਸਪੌਂਜ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਐਸਕੇਨਾइड ਕੈਨਾਲ ਸਿਸਟਮ ਦੇ ਵਿੱਚ ਵਾਟਰ ਕਰੰਟ ਕਿਸ ਤਰ੍ਹਾਂ ਫਲੋ ਕਰਦਾ ਹੈ? ਸਭ ਤੋਂ ਪਹਿਲਾਂ ਵਾਟਰ ਜੋ ਹੁੰਦਾ ਹੈ ਆਸਟੀਆ ਦੇ ਵਿੱਚ ਐਂਟਰ ਕਰਦਾ ਹੈ ਅਤੇ ਆਸਟੀਆ ਤੋਂ ਬਾਅਦ ਵਾਟਰ ਕਰੰਟ ਸਪੌਂਜੀਓਸੀਲਸ ਦੇ ਵਿੱਚ ਪਹੁੰਚਦਾ ਹੈ। ਸਪੌਂਜੀਓਸੀਲਸ ਤੋਂ ਬਾਅਦ ਆਸਕੂਲਮ ਅਤੇ ਆਸਕੂਲਮ ਦੇ ਦੁਆਰਾ ਬਾਡੀ ਦੇ ਆਊਟਸਾਈਡ ਚਲਾ ਜਾਂਦਾ ਹੈ। ਅਤੇ ਸਕਾਈਨਾइड ਸਿਸਟਮ ਦੇ ਵਿੱਚ ਜੋ ਵਾਟਰ ਹੁੰਦਾ ਹੈ ਵਾਟਰ ਐਂਟਰ ਕਰਦਾ ਹੈ ਆਸਟੀਆ ਤੋਂ ਬਾਅਦ ਵਾਟਰ ਜੋ ਹੁੰਦਾ ਹੈ ਆਸਟੀਆ ਦੇ ਵਿੱਚ ਐਂਟਰ ਕਰਦਾ ਹੈ। ਆਸਟੀਆ ਤੋਂ ਬਾਅਦ ਇਨਕਰੈਂਟ ਕੈਨਾਲ ਦੇ ਵਿੱਚ ਪਹੁੰਚਦਾ ਹੈ। ਫਿਰ ਇਹ ਪ੍ਰੋਜ਼ੋਫਾਈਲ ਦੇ ਵਿੱਚ ਪਹੁੰਚਦਾ ਹੈ। ਪ੍ਰੋਜ਼ੋਫਾਈਲ ਤੋਂ ਬਾਅਦ ਰੇਡੀਅਲ ਕੈਨਾਲ ਤੋਂ ਬਾਅਦ ਐਪੋਫਾਈਲਸ ਤੋਂ ਬਾਅਦ ਇਹ ਸਪੌਂਜੋਸੀਲਸ ਦੇ ਵਿੱਚ ਪਹੁੰਚਦਾ ਹੈ ਅਤੇ ਆਸਕੂਲਮਸ ਤੋਂ ਬਾਅਦ ਇਹ ਬੋਡੀ ਦੇ ਆਊਟਸਾਈਡ ਚਲਾ ਜਾਂਦਾ ਹੈ। ਇਸੇ ਤਰ੍ਹਾਂ ਹੀ ਲੀਕੋਨੋਇਡ ਕੈਨਾਲ ਸਿਸਟਮ ਦੇ ਵਿੱਚ ਵਾਟਰ ਸਭ ਤੋਂ ਪਹਿਲਾਂ ਵਾਟਰ ਆਸਟੀਆ ਦੇ ਵਿੱਚ ਪਹੁੰਚਦਾ ਹੈ। ਆਸਟੀਆ ਤੋਂ ਬਾਅਦ ਫਿਰ ਇਨਕਰੈਂਟ ਕੈਨਾਲ ਤੋਂ ਬਾਅਦ ਪ੍ਰੋਜ਼ੋਪਾਈਲਸ ਤੋਂ ਬਾਅਦ ਇਹ ਫਲੈਜੀਲੇਟਿਡ ਚੈਂਬਰਸ ਤੋਂ ਬਾਅਦ ਐਪੋਪਾਈਲਸ ਤੋਂ ਬਾਅਦ ਐਕਸਕਰੈਂਟ ਕੈਨਾਲ ਅਤੇ ਐਕਸਕਰੈਂਟ ਕੈਨਾਲਸ ਦੇ ਦੁਆਰਾ ਹੁੰਦਾ ਹੋਇਆ ਆਸਕੂਲਮਸ ਤੋਂ ਬੋਡੀ ਦੇ ਆਊਟਸਾਈਡ ਚਲਾ ਜਾਂਦਾ ਹੈ। ਸਕਾਈਨਾइड ਅਤੇ ਲਿਊਕੋਨਾइड ਕੈਨਾਲ ਸਿਸਟਮ ਦੇ ਵਿੱਚ ਡਿਫਰੈਂਸ ਸਿਰਫ ਇਹੀ ਹੈ ਕਿ ਲਿਊਕੋਨਾइड ਕੈਨਾਲ ਸਿਸਟਮ ਦੇ ਵਿੱਚ ਫਲੈਜੀਲੇਟਿਡ ਚੈਂਬਰ ਪ੍ਰੈਜ਼ੈਂਟ ਹੁੰਦਾ ਹੈ ਅਤੇ ਸਕਾਈਨਾइड ਕੈਨਾਲ ਸਿਸਟਮ ਦੇ ਵਿੱਚ ਰੇਡੀਅਲ ਕੈਨਾਲ ਪ੍ਰੈਜ਼ੈਂਟ ਹੁੰਦੀ ਹੈ। ਐਸਕੇਨਾइड ਕੈਨਾਲ ਸਿਸਟਮ ਬਿਲਕੁਲ ਹੀ ਸਿੰਪਲ ਹੈ, ਸਿਰਫ ਆਸਟੀਆ ਤੋਂ ਸਪੌਂਜੀਓਸੀਲ ਤੋਂ ਆਸਕੂਲਮਸ ਤੋਂ ਵਾਟਰ ਆਊਟਸਾਈਡ ਚਲਾ ਜਾਂਦਾ। ਨੈਕਸਟ ਹੈ ਜੀ ਸਕੈਲਟਨ। ਇੰਟਰਨਲ ਸਕੈਲਟਨ ਜੋ ਹੁੰਦਾ ਹੈ ਪੋਰੀਫਰਾਸ ਦੇ ਵਿੱਚ ਉਹ ਸਪੈਸ਼ਲ ਅਮੀਬੋਸਾਈਟ ਸੈਲਸ ਤੋਂ ਬਣਿਆ ਹੁੰਦਾ ਹੈ। ਇਹ ਅਮੀਬੋਸਾਈਟ ਸੈਲਸ ਜਿਹੜੇ ਹੁੰਦੇ ਨੇ ਇਹ ਕਲਕੇਰੀਅਸ ਪਿਕਿਊਲਸ ਤੋਂ ਔਰ ਸਿਲੀਸ਼ੀਅਸ ਪਿਕਿਊਲਸ ਵੀ ਜਿਨ੍ਹਾਂ ਨੂੰ ਕਹਿ ਦਿੰਦੇ ਆ ਔਰ ਦਾ ਫਾਈਨ ਆਰਗੈਨਿਕ ਫਾਈਬਰਸ ਤੋਂ ਬਣੇ ਹੁੰਦੇ ਆ ਆਫ ਦਾ ਪ੍ਰੋਟੀਨ ਸਪੌਂਜੀਨਸ। ਜੋ ਫਾਈਨ ਆਰਗੈਨਿਕ ਫਾਈਬਰ ਹੁੰਦੀ ਹੈ ਪ੍ਰੋਟੀਨ ਸਪੌਂਜੀਨ ਹੁੰਦੀ ਹੈ। ਇਸ ਪਿਕਿਊਲ ਸਕ੍ਰੀਟ ਕਿਸ ਦੇ ਦੁਆਰਾ ਹੁੰਦੇ ਹਨ? ਸਕਲੇਰੋਬਲਾਸਟ ਦੇ ਦੁਆਰਾ ਇਹ ਸਕ੍ਰੀਟ ਹੁੰਦੇ ਹਨ ਪਿਕਿਊਲਸ। ਔਰ ਸਪਿਕਿਊਲਸ ਦੋ ਤਰ੍ਹਾਂ ਦੇ ਹੁੰਦੇ ਹਨ, ਕਲਕੇਰੀਅਸ ਪਿਕਿਊਲ ਐਂਡ ਸਿਲੀਸ਼ੀਅਸ ਪਿਕਿਊਲਸ।
Calcareous spicules are secreted by the calcoblast. Calcareous spicule calcoblast ਦੇ ਦੁਆਰਾ secrete ਹੁੰਦੇ ਹਨ and siliceous spicule are produced by the silicoblast and spongin fiber are secreted by the spongioblast. Next ਹੈ ਜੀ digestive tract. ਜੋ ਡਾਈਜੈਸ਼ਨ ਹੁੰਦਾ ਹੈ ਇਸ ਦੇ ਵਿੱਚ ਮਾਊਥ ਐਂਡ ਡਾਈਜੈਸਟਿਵ ਕੈਵਿਟੀ ਦੀ ਲੈਕ ਹੁੰਦੀ ਹੈ, ਡਾਈਜੈਸਟਿਵ ਕੈਵਿਟੀਜ਼ ਦੀ ਲੈਕ ਹੁੰਦੀ ਹੈ ਔਰ ਨਿਊਟ੍ਰੀਸ਼ਨਸ ਜੋ ਹੁੰਦੀ ਹੈ ਹੋਲੋਜੋਇਕ ਨਿਊਟ੍ਰੀਸ਼ਨ ਹੁੰਦੀ ਹੈ। ਡਾਈਜੈਸ਼ਨ ਇੰਟਰਾਸੈਲੂਲਰ ਹੁੰਦਾ ਹੈ ਐਜ਼ ਇਨ ਪ੍ਰੋਟੋਜ਼ੋਆ ਔਰ ਸਪੌਂਜਿਸ ਨੂੰ ਫਿਲਟਰ ਫੀਡਰਸ ਵੀ ਕਿਹਾ ਜਾਂਦਾ ਹੈ। ਫਿਲਟਰ ਫੀਡਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਵਾਟਰ ਕਰੰਟ ਜੋ ਹੁੰਦਾ ਹੈ ਵਾਟਰ ਕਰੰਟ ਦੇ ਦੁਆਰਾ ਨਾਲ ਹੀ ਫੂਡ ਪਾਰਟੀਕਲਸ ਆਉਂਦੇ ਹਨ ਅਤੇ ਉਹ ਸਟੈਂਡ ਆਊਟ ਹੋ ਕੇ ਕੋਆਇਨੋਸਾਈਟ ਸੈਲਸ ਦੇ ਦੁਆਰਾ ਅੱਗੇ ਪਾਸ ਹੁੰਦੇ ਨੇ। ਔਰ ਜੋ ਸਪੌਂਜਿਸ ਹੁੰਦੀਆਂ ਇਹਨਾਂ ਦੇ ਵਿੱਚ ਫੂਡ ਜਿਹੜਾ ਹੁੰਦਾ ਹੈ ਉਹ ਮੀਜ਼ਨ ਕਾਈਮ ਸੈਲਸ ਦੇ ਵਿੱਚ ਸਟੋਰ ਹੁੰਦਾ ਹੈ ਔਰ ਮੀਜ਼ਨ ਕਾਈਮ ਸੈੱਲ ਨੂੰ ਥੀਜ਼ੋਸਾਈਟਸ ਵੀ ਕਹਿ ਦਿੰਦੇ ਨੇ, ਥੀਜ਼ੋਸਾਈਟ ਸੈਲਸ ਵੀ ਕਹਿ ਦਿੰਦੇ ਨੇ ਅਤੇ ਔਰ ਥੀਜ਼ੋਸਾਈਟ ਸੈਲਸ ਦੇ ਵਿੱਚ ਗਲਾਈਕੋਜਨ ਦੀ ਫਾਰਮ ਦੇ ਵਿੱਚ ਔਰ ਗਲਾਈਕੋਪ੍ਰੋਟੀਨ ਦੀ ਫਾਰਮ ਦੇ ਵਿੱਚ ਫੂਡ ਸਟੋਰਡ। ਹਾਂਜੀ, ਹੁਣ ਆਪਾਂ ਰੈਸਪੀਰੇਸ਼ਨ ਕਰਾਂਗੇ। ਰੈਸਪੀਰੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਪੋਰੀਫਰਸ ਦੇ ਵਿੱਚ ਐਕਸਚੇਂਜ ਹੁੰਦੀ ਹੈ ਗੈਸਿਸ ਦੀ, ਪਰ ਉਹ ਗੈਸਿਸ ਦੀ ਐਕਸਚੇਂਜ ਕਿਵੇਂ ਹੁੰਦੀ ਹੈ? ਪਲਾਜ਼ਮਾ ਮੈਂਬਰੇਨ ਦੇ ਥਰੂ ਹੁੰਦੀ ਹੈ, ਜਿਵੇਂ ਕਿ ਪ੍ਰੋਟੋਜ਼ੋਨਸ ਦੇ ਵਿੱਚ ਹੁੰਦੀ ਹੈ। ਔਰ ਐਕਸਕ੍ਰੀਸ਼ਨਸ ਕੀ ਹੁੰਦਾ ਹੈ? ਰਿਮੂਵਲ ਆਫ ਵੇਸਟ ਮਟੀਰੀਅਲ। ਇਹ ਵੇਸਟ ਮਟੀਰੀਅਲ ਵੀ ਪਲਾਜ਼ਮਾ ਮੈਂਬਰੇਨ ਦੇ ਦੁਆਰਾ ਵਿਦ ਦਾ ਪ੍ਰੋਸੈਸ ਆਫ ਡਿਫਿਊਜ਼ਨ ਹੀ ਰਿਮੂਵ ਹੁੰਦਾ ਹੈ। ਅਮੋਨੀਆ ਇੱਕ ਚੀਫ ਐਕਸਕ੍ਰੀਟਰੀ ਵੇਸਟ ਹੈ ਜੋ ਕਿ ਪੋਰੀਫਰਸ ਦੇ ਵਿੱਚ ਰਿਮੂਵ ਹੁੰਦਾ ਹੈ। ਨੈਕਸਟ ਹੈ ਜੀ ਰਿਪਰੋਡਕਸ਼ਨ। ਰਿਪਰੋਡਕਸ਼ਨ ਵੀ ਸੈਕਸ਼ੁਅਲ ਅਤੇ ਸੈਕਸ਼ੁਅਲ ਦੋ ਮੈਥਡ ਦੇ ਦੁਆਰਾ ਹੁੰਦੀ ਹੈ। ਜੋ ਸੈਕਸ਼ੁਅਲ ਮੈਥਡ ਹੈ ਉਸ ਦੇ ਵਿੱਚ ਇੰਪੋਰਟੈਂਟ ਹੈ ਕਿ ਬਡਿੰਗ ਦੇ ਦੁਆਰਾ ਔਰ ਜਮਿਊਲਸ ਦੇ ਦੁਆਰਾ ਸੈਕਸ਼ੁਅਲ ਰਿਪਰੋਡਕਸ਼ਨ ਹੁੰਦੀ ਹੈ। ਇਹ ਪੁੱਛ ਲਿਆ ਜਾਂਦਾ ਹੈ ਜੀ ਕਈ ਵਾਰੀ ਕਿ ਪੋਰੀਫਰਸ ਦੇ ਵਿੱਚ ਰਿਪਰੋਡਕਸ਼ਨ ਕਿਸ ਦੇ ਦੁਆਰਾ ਹੁੰਦੀ ਹੈ? ਜਮਿਊਲਸ ਦੇ ਦੁਆਰਾ ਹੁੰਦੀ ਹੈ। ਸਪੌਂਜਿਸ ਜੋ ਹੁੰਦੇ ਨੇ ਹਰਮੋਫਰੋਡਾਈਟ ਹੁੰਦੇ ਨੇ। ਹਰਮੋਫਰੋਡਾਈਟ ਦਾ ਮੀਨਿੰਗ ਕੀ ਹੋ ਗਿਆ ਜੀ? ਮੇਲ ਐਂਡ ਫੀਮੇਲ ਰਿਪਰੋਡਕਟਿਵ ਆਰਗਨਸ ਇੱਕ ਹੀ ਆਰਗੇਨਿਜ਼ਮਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਤਾਂ ਇਸ ਦਾ ਮੀਨਿੰਗ ਹੈ ਹਰਮੋਫਰੋਡਾਈਟ। ਫਰਟੀਲਾਈਜੇਸ਼ਨ ਕਿੱਦਾਂ ਦੀ ਹੁੰਦੀ ਹੈ ਜੀ? ਪੋਰੀਫਰਸ ਦੇ ਵਿੱਚ ਫਰਟੀਲਾਈਜੇਸ਼ਨ ਇੰਟਰਨਲ ਦੇਖਣ ਨੂੰ ਮਿਲਦੀ ਹੈ। ਔਰ ਸੈਕਸ਼ੁਅਲ ਰਿਪਰੋਡਕਸ਼ਨ ਕੀ ਹੈ? ਸੈਕਸ਼ੁਅਲ ਰਿਪਰੋਡਕਸ਼ਨਸ ਦੇ ਵਿੱਚ ਸਪਰਮ ਔਰ ਓਵਾਸ ਦੇ ਦੁਆਰਾ ਸੈਕਸ਼ੁਅਲ ਰਿਪਰੋਡਕਸ਼ਨ ਹੁੰਦੀ ਹੈ ਔਰ ਜਿਸ ਦੇ ਵਿੱਚ ਕਿ ਓਵਾ ਸਭ ਤੋਂ ਪਹਿਲਾਂ ਮੈਚਿਓਰ ਹੋ ਜਾਂਦੇ ਹਨ। ਜਦੋਂ ਓਵਾ ਪਹਿਲਾਂ ਸਪਰਮਸ ਤੋਂ ਪਹਿਲਾਂ ਮੈਚਿਓਰ ਹੋ ਜਾਂਦੇ ਹਨ ਤਾਂ ਉਸ ਕੰਡੀਸ਼ਨ ਨੂੰ ਪ੍ਰੋਟੋਗਾਈਨੀ ਕਹਿ ਦਿੰਦੇ ਹਨ। ਡਿਵੈਲਪਮੈਂਟ ਕਿਵੇਂ ਦੀ ਹੁੰਦੀ ਹੈ? ਜ਼ਾਈਗੋਟ ਹੋਲੋਬਲਾਸਟਿਕ ਕਲੀਵੇਜ ਕਰਦਾ ਹੈ। ਡਿਵੈਲਪਮੈਂਟ ਇਸ ਦੇ ਵਿੱਚ ਇਨਡਾਇਰੈਕਟ ਡਿਵੈਲਪਮੈਂਟ ਹੁੰਦੀ ਹੈ। ਅਸੀਂ ਪਹਿਲਾਂ ਹੀ ਬੇਸਿਸ ਆਫ ਕਲਾਸੀਫਿਕੇਸ਼ਨ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਡਿਵੈਲਪਮੈਂਟ ਕਿਵੇਂ ਦੀ ਹੁੰਦੀ ਹੈ। ਡਿਵੈਲਪਮੈਂਟ ਪੋਰੀਫਰਸ ਦੇ ਵਿੱਚ ਇਨਡਾਇਰੈਕਟ ਡਿਵੈਲਪਮੈਂਟ ਹੁੰਦੀ ਹੈ। ਇਨਡਾਇਰੈਕਟ ਦਾ ਮੀਨਿੰਗ ਕੀ ਹੋ ਗਿਆ ਕਿ ਇਸ ਵਿੱਚ ਲਾਰਵਲ ਸਟੇਜਿਸ ਇਨਵੋਲਵ ਹੁੰਦੀਆਂ ਨੇ। ਆਪਾਂ ਇਹ ਪੂਰੀ ਡਿਟੇਲ ਦੇ ਨਾਲ ਪੜ੍ਹ ਚੁੱਕੇ ਹਾਂ ਬੇਸਿਸ ਆਫ ਕਲਾਸੀਫਿਕੇਸ਼ਨ ਦੇ ਵਿੱਚ। ਅਗਰ ਜੇ ਤੁਸੀਂ ਉਹ ਲੈਕਚਰ ਨਹੀਂ ਦੇਖਿਆ ਤਾਂ ਵੀਡੀਓ ਤੇ ਜਾ ਕੇ ਵਾਚ ਕਰ ਸਕਦੇ ਹੋ। ਐਮਫੀਬਲਾਸਟੂਲਾ ਲਾਰਵਾ ਦੇਖਣ ਨੂੰ ਮਿਲਦਾ ਹੈ ਸਕਾਇਨ ਦੇ ਕੇਸ ਦੇ ਵਿੱਚ ਔਰ ਲਿਊਕੋਸੋਲੀਨੀਆ ਲਾਰਵਾ ਪੇਰਨ ਕਾਈਮਿਊਲਾਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਔਰ ਲਾਰਵੇਜ਼ ਦੀ ਜੋ ਸਟੇਜ ਹੁੰਦੀ ਹੈ ਉਹ ਫ੍ਰੀ ਸਵਿਮਿੰਗ ਸਟੇਜ ਦੇਖਣ ਨੂੰ ਮਿਲਦੀ ਹੈ। ਹੁਣ ਨੈਕਸਟ ਹੈ ਜੀ ਓਲੀਐਂਥਸ ਸਟੇਜ। ਓਲੀਐਂਥਸ ਸਟੇਜ ਕਿਸ ਨੂੰ ਕਹਿੰਦੇ ਆ? ਜਦੋਂ ਯੰਗ ਸਪੌਂਜ ਰਿਜ਼ੈਂਬਲ ਕਰਨਾ ਸਟਾਰਟ ਕਰ ਦਿੰਦੀ ਹੈ ਅਡਲਟ ਸਪੌਂਜ ਦੀ ਤਰ੍ਹਾਂ, ਮਤਲਬ ਕਿ ਜਦੋਂ ਯੰਗ ਸਪੌਂਜ ਅਡਲਟ ਐਸਕੇਨਾਈਡ ਸਪੌਂਜ ਦੀ ਤਰ੍ਹਾਂ ਦਿਖਣ ਲੱਗ ਜਾਂਦੀ ਹੈ, ਲਿਊਕੋਸਾਲੀਨੀਆ ਦੀ ਐਸਕੇਨਾਈਡ ਸਪੌਂਜ ਦੀ ਤਰ੍ਹਾਂ ਦਿਖਣ ਲੱਗ ਜਾਂਦੀ ਹੈ ਤਾਂ ਉਸਨੂੰ ਓਲੀਐਂਥਸ ਸਟੇਜ ਕਹਿ ਦਿੰਦੇ ਨੇ। ਨੈਕਸਟ ਹੈ ਜੀ ਯੂਨੀਕ ਫੀਚਰਸ। ਪੋਰੀਫਰਸ ਦੇ ਕੀ ਯੂਨੀਕ ਫੀਚਰਸ ਨੇ? ਦੇਖੋ ਜੀ ਇਹ ਆਪਾਂ ਸਾਰੇ ਲੈਕਚਰਸ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਪੋਰ ਪ੍ਰੈਜ਼ੈਂਟ ਹੁੰਦੇ ਨੇ, ਕੈਨਾਲ ਪ੍ਰੈਜ਼ੈਂਟ ਹੁੰਦੇ ਨੇ, ਚੈਂਬਰ ਹੁੰਦਾ, ਪਾਸਿਸ ਹੋਣ ਦੇ ਲਈ ਵਾਟਰ ਕਰੰਟ ਨੂੰ ਨਿਊਟ੍ਰੀਸ਼ਨ ਦੇ ਲਈ ਨਿਊਟ੍ਰੀਸ਼ਨ ਵੀ ਵਾਟਰ ਕਰੰਟ ਦੇ ਦੁਆਰਾ ਹੀ ਮਿਲਦੀ ਹੈ। ਰੈਸਪੀਰੇਸ਼ਨ ਤੇ ਐਕਸਕ੍ਰੀਸ਼ਨ ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਸੈਲੂਲਰ ਲੈਵਲ ਆਫ ਬੋਡੀ ਆਰਗੇਨਾਈਜੇਸ਼ਨ ਹੁੰਦੀ ਹੈ। ਮਾਊਥ ਤੇ ਡਾਈਜੈਸ਼ਨ ਕੈਵਿਟੀਜ਼ ਦੀ ਲੈਕ ਹੁੰਦੀ ਹੈ। ਕੋਆਇਨੋਸਾਈਟਸ ਪ੍ਰੈਜ਼ੈਂਟ ਹੁੰਦੇ ਨੇ ਔਰ ਐਂਡੋਡਰਮਸ ਦੀ ਐਬਸੈਂਸ ਹੁੰਦੀ ਹੈ। ਇਹ ਤਾਂ ਨਹੀਂ ਜੀ ਯੂਨੀਕ ਕਰੈਕਟਰ। ਨੈਕਸਟ ਹੈ ਜੀ ਕਲਾਸੀਫਿਕੇਸ਼ਨ। ਤਾਂ 3 ਕਲਾਸਿਸ ਨੇ। ਫਸਟ ਨੰਬਰ ਕਲਾਸ ਹੈ ਕੈਲਕੇਰੀਆ, ਸੈਕਿੰਡ ਹੈ ਹੈਗਜ਼ਾ ਐਕਟਿਨਲੀਡਾ, ਨੈਕਸਟ ਹੈ ਜੀ ਡੈਮੋਸਪੌਂਜੀ। ਜੋ ਕੈਲਕੇਰੀਅਸ ਦੀ ਐਗਜ਼ਾਮਪਲ ਹੈ ਸਕੈਲਟਨ, ਇਸ ਦੇ ਵਿੱਚ ਕੈਲਕੇਰੀਅਸ ਹੁੰਦਾ ਹੈ। ਕੈਲਕੇਰੀਅਸ ਸਪਿਕਿਊਲਸ ਪ੍ਰੈਜ਼ੈਂਟ ਹੁੰਦੀਆਂ ਨੇ। ਐਗਜ਼ਾਮਪਲਸ ਆ ਜਾਂਦੀਆਂ ਇਸ ਵਿੱਚ ਲਿਊਕੋਸੋਲੀਨੀਆ, ਸਕਾਇਨ ਐਂਡ ਗ੍ਰੈਂਟੀਆ। ਔਰ ਹੈਗਜ਼ਾਐਕਟਿਨਲੀਡਸ ਦੇ ਵਿੱਚ ਐਗਜ਼ਾਮਪਲ ਆ ਜਾਂਦੀ ਹੈ ਯੂਪਲੈਕਟੀਲਾ। ਯੂਪਲੈਕਟੀਲਾ ਨੂੰ ਜੀ ਵੀਨਸ ਫਲਾਵਰ ਬਾਸਕਿਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਹੈਲੋਨੀਮਾ ਨੂੰ ਗਲਾਸ ਰੋਪ ਸਪੌਂਜ ਦੇ ਨਾਮ ਨਾਲ ਵੀ ਜਾਣਦੇ ਆ। ਇਹ ਤੁਸੀਂ ਨੋਟ ਕਰ ਲੈਣਾ ਹੈ ਜੀ। ਔਰ ਯੂਪਲੈਕਟੀਲਾ ਜੋ ਹੁੰਦੀ ਹੈ ਇਹ ਜ਼ਿਆਦਾਤਰ ਜਾਪਾਨ ਦੇ ਵਿੱਚ ਮੈਰਿਜ ਗਿਫਟ ਐਜ਼ ਦਿੱਤੀ ਜਾਂਦੀ ਹੈ ਮੈਰਿਜਸ ਦੇ ਵਿੱਚ।
ਔਰ ਇਹ ਸਿੰਬਲ ਹੁੰਦਾ ਹੈ ਯੂਨੀਅਨ ਆਫ ਹਸਬੈਂਡ ਐਂਡ ਵਾਈਫ ਦੇ ਲਈ। ਔਰ ਵੈਸੇ ਇਹ ਡੀਪ ਸੀ ਵਾਟਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਔਰ ਜ਼ਿਆਦਾਤਰ ਇਹ ਫਿਲੀਪੀਨਸ, ਆਈਸਲੈਂਡ ਐਂਡ ਵੈਸਟ ਇੰਡੀਜ਼ ਦੇ ਵਿੱਚ ਅਬੰਡੈਂਟ ਦੇ ਵਿੱਚ ਮਿਲਦੀ ਹੈ। ਡੈਮੋ ਸਪੌਂਜਿਸ ਦੀ ਐਗਜ਼ਾਮਪਲ ਆਪਾਂ ਪੜ੍ਹ ਹੀ ਚੁੱਕੇ ਹਾਂ, ਯੂ ਸਪੌਂਜੀਆ, ਸਪੌਂਜੀਲਾ ਐਂਡ ਚਿਲੋਨੀਆ ਐਂਡ ਕੈਲੀਨਾ। ਸਪੌਂਜੀਲਾ ਇੱਕ ਫਰੈਸ਼ ਵਾਟਰ ਸਪੌਂਜ ਹੈ ਅਤੇ ਚਿਲੋਨੀਆ ਨੂੰ ਡੈਡ ਮੈਨਸ ਫਿੰਗਰ ਔਰ ਮਰਮਿਡਸ ਗਲਵਸ ਦੇ ਨਾਲ ਵੀ ਜਾਣਦੇ ਹਾਂ, ਇਹ ਇਸ ਦਾ ਕਾਮਨ ਨੇਮ ਹੈ। ਇਹ ਸੀ ਜੀ ਆਪਣਾ ਅੱਜ ਦਾ ਲੈਕਚਰ। ਜੇ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਤਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਸਬਸਕ੍ਰਾਈਬ ਕਰਨ ਲਈ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਣਾ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਅਤੇ ਇਸ ਦੇ ਨਾਲ ਹੀ ਧੰਨਵਾਦ।